ਵਾਹਿਗੁਰੂ 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 ਵਾਹਿਗੁਰੂ। ਆਓ ਹੁਣ ਕੁਝ ਸਮੇਂ ਲਈ ਜੋ ਅੱਜ ਹਾੜ ਦੇ ਮਹੀਨੇ ਦੀ ਸੰਕਰਾਂਤ ਦਾ ਸ਼ੁਭ ਦਿਹਾੜਾ ਹੈ, ਉਸ ਦੇ ਸੰਬੰਧ ਅੰਦਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜੋ 12 ਮਾਹਾਂ ਜੀ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਕੁਝ ਸਮੇਂ ਲਈ ਰਲ ਮਿਲ ਕਰਕੇ ਵਿਚਾਰ ਲੈਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾੜ ਤਪੰਦਾ ਤਿਸ ਲੱਗੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਹ 12 ਮਾਹਾਂ ਦੀ ਪਾਵਨ ਪਵਿੱਤਰ ਜੋ ਗੁਰਬਾਣੀ ਹੈ, ਜਿਹੜੇ ਅਸਥਾਨ ਤੇ ਅੱਜ ਅਸੀਂ ਜੁੜ ਕਰਕੇ ਕਥਾ ਸ਼ਰਵਣ ਕਰਦੇ, ਇਸ ਦੇ ਬਾਹਰਲੇ ਪਾਸੇ ਮੰਜੀ ਸਾਹਿਬ ਬਣਿਆ ਹੋਇਆ ਹੈ। ਇੱਥੇ ਬੈਠ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ 12 ਮਾਹਾਂ ਜੀ ਦੀ ਪਾਵਨ ਗੁਰਬਾਣੀ ਉਚਾਰਨ ਕੀਤੀ ਹੈ। ਸਤਿਗੁਰੂ ਜੀ ਨੇ 12 ਹੀ ਮਹੀਨਿਆਂ ਦਾ ਉਪਦੇਸ਼ ਸਾਨੂੰ ਬਖਸ਼ਣਾ ਕੀਤਾ ਤੇ ਅੱਜ ਜਿਹੜਾ ਹਾੜ ਦਾ ਮਹੀਨਾ ਆਰੰਭ ਹੋ ਰਿਹਾ ਤੇ ਜੇਠ ਦੇ ਮਹੀਨੇ ਦੀ ਸੰਪੂਰਨਤਾ ਹੋ ਚੁੱਕੀ ਹੈ। ਇਸ ਮਹੀਨੇ ਨੂੰ ਜਿਹੜਾ ਗਰੀਖਮ ਰੁੱਤ ਦਾ ਦੂਸਰਾ ਮਹੀਨਾ ਮੰਨਿਆ ਜਾਂਦਾ। ਜੇਠ ਤੇ ਹਾੜ ਇਹ 2 ਮਹੀਨਿਆਂ ਦੀ ਗਰੀਖਮ ਰੁੱਤ ਬਣਦੀ। 6 ਰੁੱਤਾਂ ਨੇ, 12 ਮਹੀਨੇ ਇੱਕ ਸਾਲ ਵਿੱਚ ਆਉਂਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਸਾੜ ਤਪੰਦਾ ਤਿਸ ਲੱਗੈ। ਇਹ ਜਿਹੜਾ ਹਾੜ ਦਾ ਮਹੀਨਾ, ਇਹਨੂੰ ਆਸਾੜ ਕਿਹਾ ਹੈ। ਆ ਸਰਬ ਔਰ ਸੇ, ਸਾਰਿਆਂ ਪਾਸਿਆਂ ਤੋਂ ਸਾੜ ਸਾੜਾ ਪੈਂਦਾ ਆ ਕਰਕੇ। ਸੂਰਜ ਦੀ ਤਪਸ ਜਿਹੜੀ ਹੈ ਉੱਪਰੋਂ ਪੈਂਦੀ, ਹੇਠਾਂ ਧਰਤੀ ਵੀ ਜਿਹੜੀ ਸਾਧ ਸੰਗ ਤਪ ਜਾਂਦੀ, ਹਵਾ ਵੀ ਲੋਆਂ ਰੂਪ ਹੋ ਕਰਕੇ ਵਗਦੀ ਹੈ। ਸਾਰੇ ਪਾਸਿਆਂ ਤੋਂ ਸਾੜਾ ਪੈਂਦਾ ਆਸਾੜ। ਇਹ ਜਿਹੜਾ ਐਸਾ ਹਾੜ ਦਾ ਮਹੀਨਾ, ਇਹ ਤਪੰਦਾ ਤਿਸ ਲੱਗੇ, ਉਸ ਨੂੰ ਤਪੰਦਾ ਤਪਦਾ ਹੋਇਆ ਲੱਗਦਾ ਹੈ। ਸਾਰੇ ਗੁਰੂ ਪਿਆਰੇ ਗੁਰਮੁਖਾਂ ਨੂੰ ਇਹ ਜਿਹੜਾ ਹਾੜ ਦਾ ਮਹੀਨਾ ਤਪਦਾ ਹੋਇਆ ਨਹੀਂ ਮਹਿਸੂਸ ਹੁੰਦਾ। ਕਿੰਨਾ ਜੀਵਾਂ ਨੂੰ ਸਤਿਗੁਰੂ ਕਹਿੰਦੇ ਇਹ ਤਪਦਾ ਦੁਖਦਾਈ ਪ੍ਰਤੀਤ ਹੁੰਦਾ ਹੈ। ਹਰਿ ਨਾਹੁ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ, ਜਿਨ੍ਹਾਂ ਦੇ ਕੋਲ ਹਰੀ ਪਰਮਾਤਮਾ ਵਾਹਿਗੁਰੂ ਨਾਹੋ ਕਹੀਏ, ਸਾਰਿਆਂ ਦਾ ਪਤੀ ਪਰਮੇਸ਼ਰ ਨਹੀਂ ਹੈ। ਨਹੀਂ ਦਾ ਭਾਵ ਕਿ ਸਾਰਿਆਂ ਦੇ ਅੰਦਰ ਤਾਂ ਪਰਮਾਤਮਾ ਆਤਮਾ ਕਰਕੇ ਵਿਆਪਕ ਹੈ, ਭਾਵ ਕਿ ਸਖਿਆਤ ਨਹੀਂ ਜਿਨ੍ਹਾਂ ਨੇ ਕੀਤਾ। ਪਰਮਾਤਮਾ ਪਤੀ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਉਹਦਾ ਨਾਮ ਅਤੀ ਜ਼ਰੂਰੀ ਹੈ। ਜੇ ਨਾਮ ਲਵਾਂਗੇ ਤੇ ਨਾਹੋ ਪਰਮਾਤਮਾ ਵਾਹਿਗੁਰੂ ਸਾਡਾ ਮਾਲਕ, ਜਿਹੜਾ ਹਿਰਦੇ ਦੇ ਅੰਦਰ ਸੂਖਸ਼ਮ ਰੂਪ ਹੋ ਕਰਕੇ ਆਤਮਾ ਰੂਪ ਕਰਕੇ ਵਿਆਪਕ ਹੈ, ਉਹ ਸਥੂਲ ਰੂਪ ਦੇ ਵਿੱਚ ਵੀ ਪ੍ਰਗਟ ਹੋ ਸਕਦਾ ਹੈ। ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਇਸ ਲਈ ਜਿਨ੍ਹਾਂ ਦੇ ਕੋਲ ਨਾਹੋ ਪਤੀ ਪਰਮਾਤਮਾ ਵਾਹਿਗੁਰੂ ਜੀ ਦਾ ਸਰੂਪ ਨਹੀਂ ਪ੍ਰਗਟ ਕੀਤਾ, ਜਿਨ੍ਹਾਂ ਕੋਲ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ, ਉਹਨਾਂ ਨੂੰ ਹਾੜ ਦਾ ਮਹੀਨਾ ਤਪੰਦਾ ਤਪਦਾ ਹੋਇਆ ਤੇ ਦੁਖਦਾਈ ਮਹਿਸੂਸ ਹੁੰਦਾ ਹੈ। ਜਗ ਜੀਵਨ ਪੁਰਖ ਤਿਆਗ ਕੈ। ਜਗਤ ਦਾ ਜੀਵਨ ਕਹੀਏ ਜਿਹੜਾ ਆਸਰਾ ਰੂਪ ਪਰਮਾਤਮਾ ਹੈ। ਪੁਰਖ ਕਹਿੰਦੇ ਜਿਹੜਾ ਵਿਆਪਕ ਹੋਵੇ ਸਾਰਿਆਂ ਦੇ ਅੰਦਰ, ਪੂ ਨਰਕਾਂ ਤੋਂ ਰੱਖ ਰੱਖਿਆ ਕਰੇ, ਪੁਰ ਪੁਰੀਆਂ ਨੂੰ ਹੁਕਮ ਦੇ ਨਾਲ ਖਾ ਖਤਮ ਕਰ ਦੇਵੇ, ਉਹਨੂੰ ਪੁਰਖ ਕਹਿੰਦੇ ਨੇ। ਐਸਾ ਸੰਸਾਰ ਦਾ ਆਸਰਾ ਰੂਪ ਤੇ ਪੁਰਖ ਵਿਆਪਕ ਸਰੂਪ ਪਰਮਾਤਮਾ ਨੂੰ ਤਿਆਗ ਕੇ ਜੀਵਾਂ ਨੇ ਛੱਡ ਦਿੱਤਾ। ਜਿਹੜੇ ਜੀਵ ਪਰਮਾਤਮਾ ਦਾ ਨਾਮ ਛੱਡ ਦਿੰਦੇ, ਵਾਹਿਗੁਰੂ ਪਰਮਾਤਮਾ ਦਾ ਧਿਆਨ ਰੱਖਣਾ, ਉਹਦਾ ਚਿੰਤਨ ਕਰਨਾ ਤਿਆਗ ਦਿੰਦੇ ਹਨ। ਮਾਨਸ ਸੰਧੀ ਆਸ। ਉਹ ਫਿਰ ਮਾਨਸ ਮਨੁੱਖਾਂ ਤੇ ਸੰਧੀ ਦਾ ਅਰਥ ਹੈ ਦੀ। ਮਨੁੱਖਾਂ ਦੀ ਆਸ ਤੇ ਹੀ ਰਹਿ ਜਾਂਦੇ ਵੀ ਫਲਾਣੇ ਮਨੁੱਖ ਤੋਂ ਮੈਂ ਆ ਲਵਾਂਗਾ, ਫਲਾਣੇ ਮਨੁੱਖ ਦੇ ਕੋਲੋਂ ਮੈਨੂੰ ਆ ਮਿਲ ਸਕਦਾ ਹੈ। ਜਿਹਨੇ ਪਰਮਾਤਮਾ ਦਾ ਨਾਮ ਛੱਡ ਦਿੱਤਾ, ਜਿਹਨੇ ਵਾਹਿਗੁਰੂ ਦਾ ਚਿੰਤਨ ਤਿਆਗ ਦਿੱਤਾ, ਵਾਹਿਗੁਰੂ ਦੇ ਸਰੂਪ ਨੂੰ ਧਿਆਨ ਵਿੱਚੋਂ ਕੱਢ ਦਿੱਤਾ, ਕਦੇ ਧਿਆਨ ਧਾਰ ਕੇ ਬੈਠਾ ਹੀ ਨਹੀਂ ਹੈ, ਉਹ ਮਨੁੱਖਾਂ ਦੀਆਂ ਆਸਾਂ ਤੱਕ ਰਹਿ ਜਾਂਦੇ ਨੇ।
ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੈ ਭਗਵਾਨ। ਮਨੁੱਖਾਂ ਦੇ ਜਿਹੜੇ ਆਸਰੇ ਸਾਧ ਸੰਗਤ ਸਦੀਵੀ ਨਹੀਂ ਹੋਇਆ ਕਰਦੇ, ਉਹ ਆਸਾਨ ਕਰਦੇ ਨੇ ਵੀ ਮੈਂ ਆਪ ਤੇਰੇ ਤੇ ਆਸਾਨ ਕੀਤਾ ਸੀ। ਪਰਮਾਤਮਾ ਵਾਹਿਗੁਰੂ ਨੇ ਜਿਹਨੇ ਸਾਡੇ ਕੋਲੋਂ ਲਿਆ ਇੱਕ ਕੱਖ ਵੀ ਨਹੀਂ ਹੈ, ਏਡਾ ਵੱਡਾ ਮਨੁੱਖਾ ਸਰੀਰ ਦੇ ਦਿੱਤਾ। ਫਿਰ ਗਿਆਨ ਕਰਮ ਇੰਦਰੀਆਂ ਦੀਆਂ ਦਾਤਾਂ ਦਿੱਤੀਆਂ, ਪਹਿਨਣ ਲਈ ਵਸਤਰ ਦਿੱਤੇ, ਖਾਣ ਲਈ 36 ਤਰ੍ਹਾਂ ਦੇ ਭੋਜਨ ਦਿੱਤੇ ਨੇ, ਰਹਿਣ ਵਾਸਤੇ ਸੁੰਦਰ ਮਕਾਨ ਮੰਦਰ ਮਹੱਲ ਦਿੱਤੇ ਨੇ। ਉਸ ਪਰਮਾਤਮਾ ਨੂੰ ਕਦੇ ਤਿਆਗਣਾ ਨਾ ਕਰ, ਭੁਲਾਉਣਾ ਨਾ ਕਰ। ਜਿਹੜੇ ਤਿਆਗ ਦਿੰਦੇ ਪਰਮਾਤਮਾ ਨੂੰ, ਫਿਰ ਮਾਨਸ ਮਨੁੱਖਾਂ ਦੀਆਂ ਆਸਾਂ ਜੋਗੇ ਰਹਿ ਜਾਂਦੇ ਹਨ। ਦੁਇ ਭਾਏ ਵਿਗੁਚੀਐ। ਦੁਇ ਦਾ ਅਰਥ ਹੈ ਜਿਹੜੀ ਦਵੈਤ ਹੈ, ਦੁਬਦਾ ਹੈ। ਇੱਕ ਪਰਮਾਤਮਾ ਹੈ ਤੇ ਦੁਇ ਦਾ ਅਰਥ ਜਿਹੜਾ ਦੂਜੀ ਉਹ ਮਾਇਆ ਹੈ। ਪਰਮਾਤਮਾ ਵਾਹਿਗੁਰੂ ਦੇ ਵਿੱਚ ਲੱਗਣ ਕਰਕੇ ਤੇ ਜੀਵਨ ਸਫਲਾ, ਤੇ ਦੁਇ ਜਿਹੜੀ ਐਸੀ ਇਹ ਦੂਜੀ ਮਾਇਆ ਹੈ, ਇਹਦੇ ਵਿੱਚ ਲੱਗਣ ਕਰਕੇ ਜਿਹੜਾ ਭਾਏ ਪ੍ਰੇਮ ਕਰਦਾ ਮਾਇਆ ਵਿੱਚ ਬੇਗੁਚੀਆ, ਫਿਰ ਉਹ ਖਰਾਬ ਹੋ ਜਾਂਦਾ ਹੈ। ਇਹ ਵੀ ਨਹੀਂ ਕਿ ਮਾਇਆ ਨਾ ਹੋਵੇ, ਮਾਇਆ ਦੇ ਅੰਦਰ ਵੀ ਪਰਮਾਤਮਾ ਦੀ ਯਾਦ ਨਾ ਕਦੇ ਟੁੱਟੇ, ਫਿਰ ਮਾਇਆ ਵੀ ਸਫਲੀ ਹੈ, ਚਾਹੇ ਅਰਬਾਂ ਖਰਬਾਂ ਪਤੀ ਕਿਉਂ ਨਾ ਬਣ ਜਾਵੇ। ਤੇ ਜੇਕਰ ਪਰਮਾਤਮਾ ਦੀ ਯਾਦ ਨਹੀਂ ਤੇ ਇੱਕ ਕੌਡੀ ਵੀ ਫਿਰ ਬਗੁਚੀਆ ਜਿਹੜੀ ਖਰਾਬ ਕਰ ਦਿੰਦੀ ਹੈ। ਦੁਆ ਦਾ ਅਰਥ ਹੈ ਜਿਹੜੀ ਦੁਬਦਾ ਹੈ, ਇਹਦੇ ਵਿੱਚ ਲੱਗਣੇ ਕਰਕੇ ਜੀਵ ਦਾ ਜਿਹੜਾ ਜੀਵਨ ਬਗੁਚੀਆ ਬਰਬਾਦ ਹੋ ਜਾਂਦਾ, ਖਰਾਬ ਹੋ ਜਾਂਦਾ। ਗਲ ਪਾਈ ਸੋ ਜਮ ਕੀ ਫਾਸ। ਫਿਰ ਅੰਤਲੇ ਸਮੇਂ ਜਮਾਂ ਦੀਆਂ ਜਿਹੜੀਆਂ ਫਾਸ ਫਾਈਆਂ ਨੇ ਗਲਾਂ ਦੇ ਵਿੱਚ ਆ ਕਰਕੇ ਪਈ, ਉਹ ਪੈ ਜਾਂਦੀਆਂ ਨੇ। ਮਾਤ ਲੋਕ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਅਨੇਕਾਂ ਜਿਹੜੇ ਐਸੇ ਕਾਰਨ ਉਹ ਫਾਈਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਜੀਹਾ ਬੀਜੈ ਸੋ ਲੁਣੈ। ਇਹ ਪਰਮਾਤਮਾ ਵਾਹਿਗੁਰੂ ਜੀ ਨੇ ਸਾਨੂੰ ਸਰੀਰ ਇੱਕ ਖੇਤ ਦਿੱਤਾ ਹੈ। ਖੇਤ ਸਰੀਰ ਜੋ ਬੀਜੀ ਹੈ, ਜਿਹੜਾ ਕੁਝ ਇਸ ਸਰੀਰ ਰੂਪੀ ਖੇਤ ਦੇ ਅੰਦਰ ਬੀਜਣਾ ਕਰਾਂਗੇ, ਸੋ ਲੁਣੈ ਉਹੀ ਕੱਟਣਾ ਪਵੇਗਾ। ਤੇ ਸ਼ੁਭ ਕਰਮਾਂ ਦਾ ਜਿਹੜਾ ਫਲ ਸੁਖ ਆ ਜਾਂਦਾ, ਤੇ ਅਸ਼ੁਭ ਜਿਹੜੇ ਮੰਦੇ ਕਰਮਾਂ ਦਾ ਫਲ ਦੁੱਖ ਆ ਜਾਂਦਾ ਹੈ। ਇਹ ਦੋਵੇਂ ਜਿਹੜੇ ਐਸੇ ਸ਼ੁਭ ਤੇ ਅਸ਼ੁਭ ਕਰਮ ਹਨ, ਇਹ ਜੀਵ ਜਿਹੋ ਜੇ ਆਪਣੀ ਜ਼ਿੰਦਗੀ ਵਿੱਚ ਹੱਥਾਂ ਨਾਲ ਬੀਜ ਲੈਂਦਾ, ਉਹ ਲੁਣੇ ਕੱਟਣੇ ਹੀ ਪੈਂਦੇ ਹਨ। ਮੱਥੇ ਜੋ ਲਿਖਿਆਸ। ਬਾਕੀ ਜਿਹੜਾ ਮੱਥੇ ਦੇ ਅੰਦਰ ਲਿਖਿਆਸ ਲਿਖਿਆ ਹੋਇਆ, ਉਹ ਹਰ ਹੀਲੇ ਦੇ ਵਿੱਚ ਹੁੰਦਾ ਹੈ। ਮੱਥੇ ਤੇ ਲਿਖਿਆ ਕਿਸ ਨੇ ਹੈ? ਪਰਮਾਤਮਾ ਵਾਹਿਗੁਰੂ ਨੇ ਕਲਮ ਚਲਾਈ ਹੈ ਹੁਕਮ ਦੇ ਨਾਲ। ਤੇ ਉਹ ਜਿਹੜੀ ਕਲਮ ਚੱਲਦੀ ਹੈ, ਉਹ ਕਿਸੇ ਦੇ ਹੁਕਮ ਨਾਲ ਚੱਲਦੀ, ਤੇ ਹੁਕਮ ਵੀ ਇਸ ਪ੍ਰਕਾਰ ਪਰਮਾਤਮਾ ਜੀਵ ਦੀ ਬਾਸ਼ਨਾ ਨੂੰ ਵੇਖ ਕਰਕੇ ਆਪਣਾ ਹੁਕਮ ਕਰਦਾ ਹੈ। ਇਹਦੀ ਬਾਸ਼ਨਾ ਸ਼ੁਭ ਹੈ ਤੇ ਚੰਗੇ ਕਰਮ ਲਿਖ ਦਿਓ, ਇਹਦੀ ਬਾਸ਼ਨਾ ਅਸ਼ੁਭ ਮੰਦੀ ਹੈ ਤੇ ਮੰਦੇ ਕਰਮ ਲਿਖ ਦਿਓ। ਤੇ ਇਸ ਲਈ ਫਿਰ ਸਾਧ ਸੰਗਤ ਮੱਥੇ ਜੋ ਲਿਖਿਆਸ, ਜਿਹੜਾ ਕੁਝ ਮੱਥੇ ਦੇ ਉੱਤੇ ਲਿਖਿਆਸ ਲਿਖਿਆ ਗਿਆ ਹੈ, ਬਾਸ਼ਨਾ ਨੇ ਲਿਖਾਇਆ, ਪਰਮਾਤਮਾ ਦਾ ਕੋਈ ਦੋਸ਼ ਨਹੀਂ ਇਹਦੇ ਵਿੱਚ। ਫਿਰ ਉਹ ਜਿਸ ਤਰ੍ਹਾਂ ਦੇ ਕਰਮਾਂ ਨੂੰ ਬੀਜਦਾ, ਉਸੇ ਤਰ੍ਹਾਂ ਦਾ ਲੁਣਾ ਕੱਟ ਲੈਂਦਾ ਹੈ। ਰੈਣ ਵਿਹਾਣੀ ਪਛੁਤਾਣੀ। ਰੈਣ ਜਿਹੜੀ ਰਾਤ ਹੈ, ਇਹ ਮਨੁੱਖ ਨੂੰ ਅਵਸਥਾ ਦੀ ਦਿੱਤੀ ਪਰਮਾਤਮਾ ਨੇ। ਅਵਸਥਾ ਤਿੰਨ ਆਉਂਦੀਆਂ ਨੇ, ਇੱਕ ਬਚਪਨ ਦੀ ਬਾਲਕ ਅਵਸਥਾ ਹੈ, ਇੱਕ ਤਰਨ ਜਵਾਨੀ ਦੀ ਅਵਸਥਾ, ਇੱਕ ਜਿਹੜੀ ਜਰਾ ਬੁਢੇਪੇ ਦੀ ਅਵਸਥਾ ਹੈ। ਇਹ ਤਿੰਨੇ ਅਵਸਥਾ ਨੂੰ ਇਕੱਠੀਆਂ ਕਰ ਦਈਏ, ਇੱਕ ਰੈਣ ਸਾਡੀ ਰਾਤ ਬਣ ਜਾਂਦੀ ਉਮਰਾਂ ਦੀ। ਬਿਹਾਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਲਕ ਪੁਣੇ ਦੀ ਅਵਸਥਾ, ਜਵਾਨੀ ਦੀ, ਬੁਢੇਪੇ ਦੀ ਅਵਸਥਾ ਬਿਹਾਣੀ ਬਤੀਤ ਕਰ ਦਿੱਤੀ, ਤੇ ਫਿਰ ਜੀਵ ਦੇ ਪੱਲੇ ਕੀ ਰਹਿ ਜਾਂਦਾ? ਪਛਤਾਣੀ ਪਛਤਾਵਾ ਹੀ ਰਹਿੰਦਾ ਹੈ। ਨਾਮ ਕਰਕੇ ਹੀ ਜੀਵਨ ਦੀ ਸਫਲਤਾ ਬਣੇਗੀ। ਇਸ ਲਈ ਬਾਣੀ ਦੇ ਅਭਿਆਸ ਕਰਕੇ ਜੀਵਨ ਦੀ ਸਫਲਤਾ ਬਣਦੀ, ਨਹੀਂ ਤੇ ਰਹਿਣ ਜਿਹੜੀ ਅਵਸਥਾ ਦੀ ਰਾਤ ਹੈ,
ਵਿਹਾਣੀ ਬਤੀਤ ਹੋ ਜਾਂਦੀ, ਜੀਵ ਰੂਪ ਇਸਤਰੀ ਪਛਤਾਉਂਦੀ ਹੈ। ਉੱਠ ਚੱਲੀ ਗਈ ਨਿਰਾਸ, ਫਿਰ ਮਾਤ ਲੋਕ ਦੇ ਵਿੱਚੋਂ ਇਹ ਪੰਜ ਭੌਤਿਕ ਦੇਹੀ ਨੂੰ ਤਿਆਗ ਕਰਕੇ ਜਿਹੜੀ ਜੀਵ ਕਲਾ ਹੈ, ਉੱਠ ਕਰਕੇ ਚਲੀ ਗਈ ਨਿਰਾਸ। ਨਿਰਾਸ਼ ਹੋ ਕੇ ਉਪਰਾਮ ਹੋ ਕਰਕੇ ਉੱਠ ਕਰਕੇ ਜਮਦੂਤਾਂ ਦੇ ਨਾਲੇ ਤੁਰ ਗਈ, ਕਿਉਂਕਿ ਜਿਸ ਤਰ੍ਹਾਂ ਦੇ ਕਰਮ ਕੀਤੇ ਨੇ, ਵਾਹਿਗੁਰੂ ਦਾ ਨਾਮ ਤੇ ਜਪਿਆ ਹੀ ਨਹੀਂ ਗਿਆ, ਗੁਰੂ ਵਾਲੇ ਬਣ ਕੇ ਸਿਮਰਨ ਤੇ ਕੀਤਾ ਹੀ ਕੋਈ ਨਹੀਂ ਜ਼ਿੰਦਗੀ ਵਿੱਚ। ਅੰਤਲੇ ਸਮੇਂ ਪਛਤਾਉਂਦੀ ਹੋਈ ਜੀਵ ਰੂਪ ਇਸਤਰੀ ਉੱਠ ਕਰਕੇ ਨਿਰਾਸ਼ਤਾਈ ਦੇ ਸੰਜੋਗ ਤੇ ਚਲੀ ਜਾਂਦੀ, ਤੁਰ ਜਾਂਦੀ ਹੈ। ਜਿਨ ਕਉ ਸਾਧੂ ਭੇਟੀਐ, ਤੇ ਸਾਧੂ ਦਾ ਅਰਥ ਗੁਰੂ ਹੈ। ਸਾਧੂ ਦਾ ਅਰਥ ਸਾਧਨਾ ਕਰਨ ਵਾਲਾ, ਕਮਾਈ ਵਾਲਾ, ਜਗਿਆਸੂ ਗੁਰਮੁਖ ਵੀ ਹੈ। ਥੰਮੈ ਕੋਈ ਨਾ ਸਾਧ ਬਿਨ ਸਾਧਨਾ ਦਿਸੈ ਜਗ ਵਿੱਚ ਕੋਆ। ਉੱਥੇ ਭਾਈ ਸਾਹਿਬ ਗੁਰਦਾਸ ਜੀ ਨੇ ਸਾਧ ਦਾ ਅਰਥ ਗੁਰੂ ਕੀਤਾ ਹੈ। ਤੇ ਜਿੱਥੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਸਾਧ ਨਾਮ ਨਿਰਮਲਤਾ ਕੇ ਕਰਮ, ਜਿਹਦੇ ਕਰਮ ਉਜਲੇ ਨੇ ਉਹ ਗੁਰਮੁਖ ਨੂੰ ਸਾਧੂ ਕਿਹਾ ਜਾਂਦਾ। ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਨੁਸਾਰ ਬਣਾ ਲੈਣਾ ਕੀਤਾ, ਉਹ ਐਸੇ ਕਮਾਈ ਵਾਲੇ ਸਾਧੂ ਜਦੋਂ ਕਿਤੇ ਜ਼ਿੰਦਗੀ ਵਿੱਚ ਆ ਕਰਕੇ ਭੇਟੀਆ ਮਿਲ ਜਾਂਦੇ, ਪ੍ਰਾਪਤ ਹੋ ਜਾਂਦੇ ਹਨ। ਸੋ ਦਰਗਹਿ ਹੋਏ ਖਲਾਸ, ਫਿਰ ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਗੁਣ ਹਿਰਦੇ ਵਿੱਚ ਆ ਕਰਕੇ ਸਮਾਉਣੇ ਸ਼ੁਰੂ ਹੋ ਜਾਂਦੇ। ਫਿਰ ਦਰਗਾਹ ਦੇ ਅੰਦਰ ਜਾ ਕਰਕੇ ਮੁਕਤੀ ਪਾ ਕਰਕੇ ਖਲਾਸ, ਛੁਟਕਾਰਾ ਹੋ ਜਾਂਦਾ ਉਹਨਾਂ ਦਾ। ਫਿਰ ਉਹ ਜੰਮਣ ਮਰਨ ਦੇ ਐਸੇ ਚੱਕਰਾਂ ਦੇ ਵਿੱਚ ਨਹੀਂ ਪੈਂਦੇ, ਬਾਰ-ਬਾਰ ਜੂਨਾਂ ਵਿੱਚ ਨਹੀਂ ਆਉਂਦੇ ਹਨ। ਕਿਰਪਾ ਪ੍ਰਭ ਆਪਣੀ, ਹੇ ਪ੍ਰਭੂ ਵਿਆਪਕ ਸਰੂਪ ਪਰਮਾਤਮਾ ਜੀ, ਸਾਡੇ ਉੱਪਰ ਆਪਣੀ ਮਹਾਨ ਜਿਹੜੀ ਕਿਰਪਾ ਉਹ ਕਰਨੀ ਕਰੋ। ਤੇਰੇ ਦਰਸ਼ਨ ਹੋਏ ਪਿਆਸ, ਸਾਡੇ ਮਨਾਂ ਦੇ ਅੰਦਰ ਬਹੁਤ ਭਾਰੀ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਬਣੀ ਹੋਈ ਹੈ ਕਿ ਕਦੋਂ ਆਪ ਜੀ ਦੇ ਦਰਸ਼ਨ ਸਾਨੂੰ ਪ੍ਰਾਪਤ ਹੋਣ। ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋ ਆਨੰਦਨ ਨੀਤ, ਰਾਤ ਦਿਨ ਹੀ ਚੇਤੇ ਕਰਦੇ ਆਪ ਨੂੰ ਸਿਮਰਦੇ ਯਾਦ ਕਰਦੇ ਹਾਂ। ਸਾਡੇ ਤੇ ਮਹਾਨ ਆਪਣੀ ਕਿਰਪਾ ਕਰੋ। ਕਿਰਪਾ ਵੀ ਵਿਦਵਾਨ ਸੱਜਣ ਜਿਹੜੀ ਹੈ ਪੰਜ ਤਰ੍ਹਾਂ ਦੀ ਮੰਨਦੇ ਨੇ। ਪਰਮਾਤਮਾ ਵਾਹਿਗੁਰੂ ਜੀ ਦੀ ਜਿਹੜੀ ਕਿਰਪਾ ਹੈ ਉਹਦੇ ਨਾਲ ਮਨੁੱਖਾ ਸਰੀਰ ਦੀ ਪ੍ਰਾਪਤੀ ਹੈ, ਇਹ ਪਰਮਾਤਮਾ ਦੀ ਕਿਰਪਾ ਹੈ। ਦੂਸਰੀ ਸਾਧ ਸੰਗਤ ਜੀ ਗੁਰੂ ਦੀ ਕਿਰਪਾ ਹੋਇਆ ਕਰਦੀ, ਗੁਰੂ ਨੇ ਨਾਮ ਦੀ ਜਿਹੜੀ ਕਿਰਪਾ ਕਰ ਦਿੱਤੀ, ਦਾਤ ਦੇ ਦਿੱਤੀ ਹੈ। ਤੀਸਰੀ ਜਿਹੜੀ ਸਾਧ ਸੰਗਤ ਇਸੇ ਤਰ੍ਹਾਂ ਆਪਣੇ ਕਰਮਾਂ ਦੀ ਕਿਰਪਾ ਹੋਇਆ ਕਰਦੀ, ਤੇ ਇਹਨਾਂ ਕਰਮਾਂ ਦੇ ਸਦਕਾ ਜਿਹੜਾ ਜੀਵ ਹੈ ਪਰਮੇਸ਼ਰ ਵਾਹਿਗੁਰੂ ਦੇ ਐਸੇ ਗਿਆਨ ਦੀ ਪ੍ਰਾਪਤੀ ਦਾ ਇੱਛਕ ਹੋ ਕਰਕੇ ਭਗਤੀ ਦੇ ਵੱਲ ਨੂੰ ਤੁਰਦਾ ਹੈ। ਤੇ ਚੌਥੇ ਨੰਬਰ ਦੇ ਉੱਪਰ ਜਿਹੜੀ ਕਿਰਪਾ ਹੈ, ਇਹ ਸਾਧ ਸੰਗਤ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਸਤ ਸੰਗਤ ਦੀ ਹੁੰਦੀ ਹੈ। ਸਾਧ ਸੰਗਤ ਦੇ ਵਿੱਚ ਉੱਠਣਾ, ਬੈਠਣਾ, ਬੋਲਣਾ, ਚੱਲਣਾ ਜਿਹੜਾ ਇਹ ਸਿੱਖਿਆ ਜਾਂਦਾ। ਪੰਜਵੇਂ ਨੰਬਰ ਤੇ ਆਪਣੇ ਆਪ ਤੇ ਕਿਰਪਾ ਹੁੰਦੀ ਹੈ। ਤੇ ਫਿਰ ਉਦਮ ਧਾਰਨ ਕਰਨਾ, ਭਗਤੀ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਉੱਠਣਾ। ਤੇ ਇਸ ਲਈ ਇਹ ਪੰਜ ਤਰ੍ਹਾਂ ਦੀ ਕਿਰਪਾ ਮੰਨੀ ਜਾਂਦੀ। ਕਰ ਕਿਰਪਾ ਪ੍ਰਭ ਆਪਣੀ, ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਆਪਣੀ ਮਹਾਨ ਬਖਸ਼ਿਸ਼ ਇਹ ਵੀ ਕਿਰਪਾ ਕਰ ਦਿਓ। ਤੇਰੇ ਦਰਸ਼ਨ ਹੋਏ ਪਿਆਸ, ਇਹ ਪਿਆਸਾ ਸਾਡੇ ਮਨ ਵਿੱਚ ਵੀ ਆਪ ਜੀ ਦੇ ਦਰਸ਼ਨ ਦੀਦਾਰ ਹੋ ਜਾਣ। ਇੱਕ ਤੇ ਦਰਸ਼ਨ ਹੋਇਆ ਕਰਦੇ ਚਿੱਤਰ ਦਰਸ਼ਨ, ਜਿਹੜੇ ਕੋਈ ਤਸਵੀਰਾਂ ਦੇਖ ਲੈਣੀਆਂ, ਗੁਰੂ ਸਾਹਿਬਾਨ ਦੀ ਬਣਾਈ ਕੋਈ ਫੋਟੋ ਨੂੰ ਵੇਖ ਲੈਣਾ ਵੀ ਸਤਿਗੁਰੂ ਦਾ ਸਰੂਪ ਇਸ ਤਰ੍ਹਾਂ ਦਾ ਹੋਵੇਗਾ। ਇਹਨੂੰ ਕਾਗਜ਼ ਦੇ ਉੱਪਰ ਬਣਾਈ ਤਸਵੀਰ ਨੂੰ ਚਿੱਤਰ ਦਰਸ਼ਨ ਕਿਹਾ ਜਾਂਦਾ। ਦੂਸਰੇ ਹੁੰਦੇ ਨੇ ਸੁਪਨ ਦਰਸ਼ਨ, ਕਿਸੇ ਨੂੰ ਸੁਪਨੇ ਦੇ ਅੰਦਰ ਸਤਿਗੁਰੂ ਦੇ ਦਰਸ਼ਨ ਦੀਦਾਰੇ ਹੋਣੇ, ਝਲਕਾਰੇ ਵੱਜ ਜਾਣੇ, ਸੁਪਨੇ ਵਿੱਚ ਸਤਿਗੁਰੂ ਦਾ ਮਿਲਾਪ ਹੋ ਜਾਣਾ, ਸੁਪਨ ਦਰਸ਼ਨ ਹੈ। ਤੀਸਰੇ ਨੰਬਰ ਤੇ ਸ਼ਰਵਣ ਦਰਸ਼ਨ ਹੁੰਦੇ, ਜਿਵੇਂ ਗੁਰ ਇਤਿਹਾਸ ਦੀ ਕਥਾ ਸੁਣ ਕੇ ਇੰਜ ਲੱਗਦਾ ਵੀ ਸਤਿਗੁਰੂ ਸਾਡੇ ਨਾਲ ਨਾਲ ਨੇ, ਅਸੀਂ ਗੁਰੂ ਦੀ ਸੰਗਤ ਦੇ ਵਿੱਚ ਬੈਠ ਕਰਕੇ ਗੁਰੂ ਦੇ ਦਰਸ਼ਨ ਕਰ ਰਹੇ ਹਾਂ। ਕਥਾ ਸੁਣ ਕਰਕੇ ਸ਼ਰਵਣ ਦਰਸ਼ਨ ਹੋ ਜਾਂਦੇ ਨੇ। ਤੇ ਚੌਥੇ ਨੰਬਰ ਤੇ ਪ੍ਰਤੱਖ ਦਰਸ਼ਨ ਹੁੰਦੇ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ।
ਤੇ ਇਸ ਲਈ ਚਾਰ ਤਰ੍ਹਾਂ ਦੇ ਜਿਹੜੇ ਦਰਸ਼ਨ ਹਨ, ਸਾਡੇ ਮਨਾਂ ਵਿੱਚ ਤੀਬਰ ਪਿਆਸ ਲੱਗੀ ਹੈ, ਕਿਰਪਾ ਕਰਕੇ ਆਪਣੇ ਦਰਸ਼ਨ ਦੀਦਾਰ ਬਖਸ਼ਣਾ ਕਰੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। हे ਪ੍ਰਭੂ ਵਿਆਪਕ ਸਰੂਪ ਪਰਮਾਤਮਾ ਜੀ, ਆਪ ਜੀ ਤੋਂ ਬਿਨਾ ਦੂਸਰੇ ਸਥਾਨ ਵਿੱਚ ਹੋਰ ਕੋਈ ਵੀ ਨਹੀਂ ਕਿਹਾ ਜਾਂਦਾ। ਨਾਨਕ ਕੀ ਅਰਦਾਸ ਸਾਡੀ ਜਿਹੜੀ ਐਸੀ ਅਰਦਾਸ ਹੈ, ਬੇਨਤੀ ਹੈ, ਇਹ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹੀ ਹੈ। ਅਰਦਾਸ ਵੀ ਕਰਨੀ ਤੇ ਇੱਕੋ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਕਰਨਾ ਕਰੀਏ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ। ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰੋ ਕਿ ਸਾਨੂੰ ਆਪ ਜੀ ਤੋਂ ਬਿਨਾ ਕੋਈ ਦੂਸਰਾ ਹੋਰ ਦਿਸਣਾ ਹੀ ਨਾ ਕਰੇ। ਇਹ ਇਸ ਤਰ੍ਹਾਂ ਦੀ ਬਿਰਤੀ ਬਣੇਗੀ ਕਿਵੇਂ? ਸਤਿਗੁਰੂ ਕਹਿੰਦੇ ਅਰਦਾਸ, ਤੇ ਜਦੋਂ ਅਰਦਾਸ ਬੇਨਤੀ ਕਰਾਂਗੇ, ਅਰਦਾਸ ਦੇ ਅੰਦਰ ਇੰਨੀ ਕੋ ਸ਼ਕਤੀ ਹੈ, ਔਰ ਜਿਹੜੇ ਦੁਸ਼ਮਣ ਨੇ ਉਹ ਵੀ ਦਾਸ ਸੇਵਕ ਬਣ ਜਾਂਦੇ ਨੇ। ਇੰਨੀ ਨਿਰਮਾਣਤਾ ਦੇ ਵਿੱਚ ਗਲ ਵਿੱਚ ਪੱਲਾ ਪਾ ਕੇ ਨੇਤਰਾਂ ਵਿੱਚ ਆਂਸੂ ਵਗਦੇ ਹੋਣ ਗੁਰਸਿੱਖ ਦੇ ਹਿਰਦੇ ਵਿੱਚੋਂ ਅਰਦਾਸ ਬੇਨਤੀ ਕਰੇ ਤੇ ਸਤਿਗੁਰੂ ਪਾਤਸ਼ਾਹ ਕਿਵੇਂ ਨਾ ਪ੍ਰਵਾਨ ਕਰਨਗੇ। ਇਸ ਤਰ੍ਹਾਂ ਸਾਡੀ ਇਹ ਬੇਨਤੀ ਹੈ, ਮਹਾਰਾਜ ਕੋਈ ਦੂਸਰਾ ਆਪ ਜੀ ਤੋਂ ਬਿਨਾ ਸਾਨੂੰ ਦਿਸਣਾ ਨਾ ਕਰੇ। ਤੁਹਾਡੇ ਤੋਂ ਬਿਨਾ ਕਿਸ ਦੂਸਰੇ ਦੇ ਅੱਗੇ ਅਰਦਾਸ ਕਰਨੀ ਕਰੀਏ। ਆਸਾੜ ਸੁਹੰਦਾ ਤਿਸ ਲੱਗੈ। ਇਹ ਜਿਹੜਾ ਹਾੜ ਦਾ ਮਹੀਨਾ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸੁਹੰਦਾ ਤਿਸ ਲੱਗੈ। ਸੁਹੰਦਾ ਸੋਭਨੀਕ ਤਿਸ ਉਸ ਗੁਰੂ ਦੇ ਪਿਆਰੇ ਨੂੰ ਲੱਗੈ। ਲੱਗਦਾ ਹੈ ਕਿਸ ਗੁਰਮੁਖ ਨੂੰ ਇਹ ਸੋਭਨੀਕ ਲੱਗਦਾ, ਸ਼ਾਂਤਮਈ ਲੱਗਦਾ। ਆਸਾੜ, ਜਿਨ੍ਹਾਂ ਦੇ ਅੰਦਰ ਆਸਾ ਦਾ ਹੜ ਆ ਗਿਆ ਪਰਮਾਤਮਾ ਦੇ ਦਰਸ਼ਨ ਕਰਨ ਦਾ, ਹਰ ਤਰ੍ਹਾਂ ਦੇ ਫਿਰ ਉਹ ਯਤਨ ਕਰਦਾ ਵੀ ਕਿਵੇਂ ਨਾ ਕਿਵੇਂ ਮੈਨੂੰ ਗੁਰੂ ਦੇ ਦਰਸ਼ਨ ਦੀਦਾਰ ਹੋ ਜਾਣ। ਇਤਨੇ ਪਾਠਾਂ ਦਾ ਜਾਪ ਕਰਾਂ, ਇੰਨਾ ਸਿਮਰਨ ਕਰਾਂ, ਇੰਨਾ ਅਭਿਆਸ ਕਰਾਂ ਜ਼ਿੰਦਗੀ ਦੇ ਅੰਦਰ। ਦਰਸ਼ਨਾਂ ਦੀ ਆਸਾ ਦਾ ਜਿਹਦੇ ਅੰਦਰ ਹੜ ਆ ਗਿਆ, ਉਹਦੇ ਵਾਸਤੇ ਫਿਰ ਇਹ ਹਾੜ ਦਾ ਮਹੀਨਾ ਸੁਹੰਦਾ ਸੋਭਨੀਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਮਹੀਨਾ ਸੁਹੰਦਾ ਬਣ ਜਾਂਦਾ, ਸੋਭਨੀਕ ਹੋ ਜਾਂਦਾ ਹੈ। ਜਿਸ ਮਨ ਹਰ ਚਰਨ ਨਿਵਾਸ। ਜਿਸ ਦੇ ਮਨ ਦੇ ਅੰਦਰ ਹਰੀ ਪਰਮਾਤਮਾ ਦੇ ਨਾਮ ਬਾਣੀ ਸਿਮਰਨ ਰੂਪ ਆ ਕਰਕੇ ਚਰਨ ਨਿਵਾਸ ਕਰ ਲੈਂਦੇ ਨੇ, ਜਿਹਦੇ ਹਿਰਦੇ ਵਿੱਚ ਪਰਮਾਤਮਾ ਨੇ ਆਪਣਾ ਨਾਮ ਰੱਖ ਦਿੱਤਾ, ਤੇ ਉਹਨੂੰ ਸਾਧ ਸੰਗਤ ਜੀ ਹਾੜ ਦੇ ਮਹੀਨੇ ਦੀਆਂ ਲੋਆਂ ਕਦੇ ਸਤਾਉਂਦੀਆਂ ਨਹੀਂ ਹਨ। ਇਹ ਦੁੱਖ ਨਹੀਂ ਦੇਣਾ ਕਰਦੀਆਂ। ਇਸ ਲਈ ਜਦੋਂ ਇਤਿਹਾਸ ਪੜ੍ਹੇ, ਸਤਿਗੁਰੂ ਪਾਤਸ਼ਾਹ ਨੇ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕੱਲ ਸਤਿਗੁਰੂ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਆਪਾਂ ਮਨਾਇਆ ਹੈ। ਸਤਿਗੁਰੂ ਪਾਤਸ਼ਾਹ ਨੂੰ ਜੇਠ ਦੇ ਮਹੀਨੇ ਦੀਆਂ ਲੋਆਂ ਵਿੱਚ ਤਤੀਆਂ ਤਵੀਆਂ ਤੇ ਬਿਠਾਇਆ ਗਿਆ, ਪਰੰਤੂ ਜਦੋਂ ਅੰਦਰ ਨਾਮ ਹੋਵੇ ਕਿਸੇ ਗੁਰਸਿੱਖ ਦੇ, ਉਹ ਤੇ ਸਤਿਗੁਰੂ ਆਪ ਪਰਮੇਸ਼ਰ ਰੂਪ ਨੇ ਗੁਰੂ ਅਰਜਨ ਦੇਵ ਸਾਹਿਬ। ਜੇ ਕਿਤੇ ਸਿੱਖ ਦੇ ਅੰਦਰ ਵੀ ਨਾਮ ਹੋਵੇ, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਵਾਂਗੂ ਭੱਠ ਦੇ ਵਿੱਚ ਵੀ ਉਹਨੂੰ ਸੇਕ ਨਹੀਂ ਕਦੇ ਪਾਉਂਦਾ ਹੈ। ਇਹ ਨਾਮ ਦੀ ਤਾਕਤ ਹੈ। ਪਰਮੇਸ਼ਰ ਵਾਹਿਗੁਰੂ ਦਾ ਨਾਮ ਸਾਰਿਆਂ ਨੂੰ ਸ਼ਾਂਤੀ ਦੇਣ ਵਾਲਾ। ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਦੇ ਵਿੱਚ ਲੀਨ ਹੋ ਜਾਣ, ਜਿਸ ਕਰਕੇ ਅਸੀਂ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਵਿਚਾਰ ਕਰਦਿਆਂ ਅਗਿਆਤ ਵਸ ਅਨੇਕਾਂ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।